ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਜਦੋਂ ਪੰਜਾਬ ਵੱਲ ਤੁਰੇ ਤੇ ਪਹਿਲਾਂ ਉਹ ਪਟਨੇ ਸਾਹਿਬ ਤੋਂ ਤੁਰਨ ਲੱਗਿਆਂ ਨੂੰ ਜਗਤ ਸੇਠ ਆਦਿਕ ਸੇਵਕਾਂ ਨੇ ਮਾਇਆ ਵਾਸਤੇ ਡੋਲੇ ਗੁਰੂ ਜੀ ਲਈ ਪਾਲਕੀ ਦਾਸ ਦਾਸੀਆਂ ਨੂੰ ਬਹਿਲਾ ਕਰ ਦਿੱਤੀਆਂ ਸਨ। ਚੜ੍ਹਦੇ ਫੱਗਣ ਨੂੰ ਪਟਨੇ ਤੋਂ ਚੱਲ ਕੇ ਗੁਰੂ ਸਾਹਿਬ ਬਕਸਰ, ਛਪਰੇ, ਆਰੇ, ਡੁਮਰਾ ਆਦਿਕ ਸ਼ਹਿਰਾਂ ਵਿੱਚ ਉਤਰ ਕੇ ਲੋਕਾਂ ਦੀ ਕਲਿਆਣ ਕਰਦੇ ਹੋਏ ਛੋਟੇ ਮਿਰਜ਼ਾਪੁਰ ਜਾ ਉਤਰੇ, ਜੋ ਕਾਸ਼ੀ ਤੋਂ 3 ਕੋਹ ਦੱਖਣ ਵੱਲ ਹੈ। ਉੱਥੋਂ ਦੀ ਸੰਗਤ ਨੇ ਵੱਡੀ ਖੁਸ਼ੀ ਮਨਾਈ, ਸਰਬ ਭਾਂਤ ਸੇਵਾ ਕੀਤੀ, ਦਰਸ਼ਨ ਉਪਦੇਸ਼ ਪਾਏ, ਨਿਹਾਲ ਹੋਏ। 3 ਦਿਨ ਗੁਰੂ ਜੀ ਨੇ ਨੂੰ ਉਹਨਾਂ ਰੱਖਿਆ। ਚੌਥੇ ਦਿਨ ਕਾਸ਼ੀ ਜੀ ਜਿੱਥੇ 9ਵੇਂ ਗੁਰੂ ਜੀ ਉਤਰੇ ਸਨ ਆ ਬਿਰਾਜੇ। ਸੰਗਤ ਹੁਮਾ ਕੇ ਦਰਸ਼ਨ ਨੂੰ ਆਈ, ਨਜ਼ਰ ਭੇਟਾ ਚੜ੍ਹਾਈ। ਅਗਲੇ ਦਿਨ ਮਾਤਾ ਨਾਨਕੀ ਜੀ ਦੇ ਪ੍ਰੇਰਨੇ ਕਰ ਗੰਗਾ ਜੀ ਇਸ਼ਨਾਨ ਕਰ ਬਿਸਵਨਾਥ ਗਿਆਨੀ, ਗਿਆਨ ਬਾਪੀ, ਢੁੰਡੀ ਰਾਜ, ਅੰਨਿਆਪੂਰਨਾ, ਕਾਲੀ ਭੈਰੋਂ, ਕਰਵਤ ਆਦਿਕ ਸਥਾਨਾਂ ਦੇ ਦਰਸ਼ਨ ਪਾਏ। ਇੱਕ ਬਹੁਤ ਗਰੀਬ ਸਦਾਮੇ ਵਰਗੇ ਬ੍ਰਾਹਮਣ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਆਪ ਦਾ ਦਰਸ਼ਨ ਪਾਰਸ ਹੈ। ਇੱਕ ਬਹੁਤ ਗਰੀਬ ਸਦਾਮੇ ਵਰਗੇ ਬ੍ਰਾਹਮਣ ਨੇ ਬੇਨਤੀ ਕੀਤੀ ਕਿ ਗੁਰੂ ਜੀ ਆਪ ਦਾ ਦਰਸ਼ਨ ਪਾਰਸ ਹੈ, ਮੇਰਾ ਦਰਿਦਰ ਦੂਰ ਕਰੋ। ਗੁਰੂ ਜੀ ਨੇ ਉਸ ਨੂੰ ਦਾਨ ਦੇ ਕੇ ਧਨੀ ਕਰ ਦਿੱਤਾ। ਜਦ ਇਹ ਖਬਰ ਸੰਗਤ ਵਿੱਚ ਹੋਈ ਤਾਂ ਸੰਗਤ ਨੇ ਉਦੋਂ ਚੌਗੁਣੇ ਪਦਾਰਥ, ਬਸਤਰ, ਭੂਖਣ, ਸ਼ਸਤਰ, ਨਕਦੀ, ਬਰਤਨ ਨਵੀਨ ਤਿਆਰ ਕਰਾ ਕੇ ਗੁਰੂ ਜੀ ਦੇ ਅਰਪਣ ਕਰ ਦਿੱਤੇ। ਜੌਨਪੁਰੀਏ ਭਾਈ ਗੁਰਬਖਸ਼ ਮਸੰਦ ਨੇ ਆਪਣੇ ਪ੍ਰਗਟੇ ਦੀ ਸੰਗਤ ਸਮੇਤ ਕਲਗੀਧਰ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਬਹੁਤ ਕੁਛ ਭੇਟਾ ਚੜ੍ਹਾਈ। ਗੁਰੂ ਸਾਹਿਬ ਜੀ ਉਸ ਪੂਜਾ ਵਿੱਚੋਂ ਪਦਾਰਥ ਚੁੱਕ ਗਰੀਬਾਂ ਨੂੰ ਦਿੰਦੇ ਗਏ। ਜਿਹੜੇ ਪੰਡਤ ਤੇ ਹੋਰ ਅਨੇਕ ਵੱਡੇ ਵੱਡੇ ਆਦਮੀ ਗੁਰੂ ਜੀ ਦਾ ਸੁਜੱਸ ਸੁਣ ਕੇ ਦਰਸ਼ਨ ਕਰਨ ਆਏ ਬੈਠੇ ਸੀ। ਸਿੱਖਾਂ ਦੀ ਮਨੋਕਾਮਨਾ ਪੂਰੀ ਹੁੰਦੀ ਤੇ ਸ਼ਰਧਾ ਦੇਖ ਕੇ ਅਚਰਜ ਹੋ ਰਹੇ ਸਨ। ਉਹਨਾਂ ਵਿੱਚੋਂ ਇੱਕ ਪੰਡਤ ਨੇ ਇਹ ਪ੍ਰਸ਼ਨ ਕੀਤਾ ਕਿ ਆਪ ਛਤਰੀ ਹੋ ਕੇ ਪੂਜਾ ਕਿਉਂ ਲੈਂਦੇ ਹੋ? ਪੂਜਾ ਖਾਣੀ ਛਤਰੀ ਦਾ ਧਰਮ ਨਹੀਂ। ਗੁਰੂ ਜੀ ਨੇ ਜਵਾਬ ਦਿੱਤਾ, ਪੂਜਾ ਉਹ ਹੁੰਦੀ ਹੈ ਜੋ ਕਿਸੇ ਪਾਖਾਨ, ਕਾਸ਼ਟ, ਧਾਤੂ ਦੀ ਮੂਰਤੀ ਜਾਂ ਗ੍ਰੰਥ ਪੋਥੀ ਅੱਗੇ ਚੜ੍ਹੇ ਜਾਂ ਸੰਕਲਪ ਕਰਕੇ ਲਈ ਜਾਵੇ। ਜੋ ਲੋਕ ਆਪਣੇ ਗੁਰੂ ਪੀਰ ਅੱਗੇ ਪਦਾਰਥ ਅਰਪਣ ਕਰਦੇ ਹਨ, ਇਹ ਪੂਜਾ ਨਹੀਂ। ਰਾਜਿਆਂ ਤੇ ਬਾਦਸ਼ਾਹਾਂ ਦੀ ਭੇਟਾ ਨਜ਼ਰ ਵਾਂਗੂ ਇਹ ਸਾਡੀ ਨਜ਼ਰ ਭੇਟਾ ਹੈ। ਸੱਚੇ ਸਤਿਗੁਰੂ ਸੰਤਾਂ ਆਚਾਰਿਆ ਅੱਗੇ ਪਦਾਰਥ ਅਰਪਣ ਕੀਤਾ ਹੋਇਆ, ਸੁਖੇਤਰ ਵਿੱਚ ਬੀਜ ਅਰਪੇ ਹੋਏ, ਸਹੰਸਰ ਗੁਣਾ ਮਿਲਨ ਵਾਂਗੂ ਦੁੱਧ, ਪੁੱਤਰ, ਧਨ, ਧਾਮ, ਵਡਿਆਈ, ਇਹ ਅਰੋਗਤਾ ਆਦਿਕ ਅਨੰਤ ਪਦਾਰਥ ਇਹਨਾਂ ਨੂੰ ਗੁਰੂ ਜੀ ਦੇ ਘਰੋਂ ਇਸੇ ਲੋਕ ਵਿੱਚ ਮਿਲ ਜਾਂਦੇ ਸਨ। ਯਥਾ ਧਰਮ, ਅਰਥ, ਕਾਮ, ਮੋਖ ਇਹ ਚਾਰੇ ਪਦਾਰਥ ਹਨ। ਤੁਹਾਡੀ ਤਰ੍ਹਾਂ ਅੱਗੇ ਪਰਲੋਕ ਵਿੱਚ ਜਾ ਕੇ ਦੇਣੇ ਦਿਵਾਉਣੇ ਦਾ ਤਕਰਾਰ ਅਸੀਂ ਨਹੀਂ ਕਰਦੇ। ਉਹਨਾਂ ਆਖਿਆ, ਧਰਮ, ਅਰਥ, ਕਾਮਨਾ ਇਹ 3 ਤਾਂ ਇੱਥੇ ਮਿਲ ਸਕਦੇ ਹਨ, ਮੁਕਤੀ ਕਿਵੇਂ ਮਿਲੇਗੀ? ਗੁਰੂ ਜੀ ਬੋਲੇ, ਵਾਹ ਪੰਡਤ ਜੀ, ਤੁਸੀਂ ਆਪਣੇ ਪੜ੍ਹੇ ਹੋਏ ਪੁਸਤਕਾਂ ਉੱਤੇ ਵੀ ਭਰੋਸਾ ਨਹੀਂ ਰੱਖਦੇ। ਜਦ ਸ਼ਾਸਤਰ, ਵੇਦ, ਸੰਤ ਸਭ ਇਹੋ ਕਹਿੰਦੇ ਹਨ ਕਿ ਸੰਸਾਰਕ ਦੁੱਖ ਦੀ ਨਿਵਰਤੀ ਤੇ ਪਰਮਾਨੰਦ ਦੀ ਪ੍ਰਾਪਤੀ ਦਾ ਨਾਮ ਕੈਵਲਯ ਮੁਕਤੀ ਹੈ, ਸੋ ਇਹ ਦੇਹ ਦੇ ਹੁੰਦਿਆਂ ਹੀ ਬ੍ਰਹਮ ਵੇਤਾ ਨੂੰ ਪ੍ਰਾਪਤੀ ਹੁੰਦੀ ਹੈ, ਮੋਇਆ ਤੋਂ ਨਹੀਂ। ਯਥਾ ਬੇਣੀ ਕਹੇ ਸੁਨੋ ਰੇ ਸੰਤੋ, ਮਰਨ ਮੁਕਤ ਕਿਨ ਪਾਈ। ਬਾਕੀ ਜਦ ਤੁਸੀਂ ਆਪਣੇ ਵੱਡਿਆਂ ਬਿਸ਼ਨਗਮ, ਕ੍ਰਿਸ਼ਨਾਦਿਕ ਛਤਰੀਆਂ ਦੀ ਉਪਾਸਨਾ ਪੂਜਾ ਹਮੇਸ਼ ਕਰਦੇ ਹੋ ਤਾਂ ਸਾਨੂੰ ਕੀ ਕੁਤਰਕ ਕਰ ਸਕਦੇ ਹੋ? ਸਗੋਂ ਜਦ ਤੁਹਾਡੇ ਬ੍ਰਹਮਾ ਦੀ ਮੰਨਤ ਪੂਜਾ ਕੀਤੇ ਨਹੀਂ ਕੋਈ ਕਰਦਾ ਤਾਂ ਤੁਹਾਡਾ ਵੀ ਧਰਮ ਨਹੀਂ ਜੋ ਪੂਜਾ ਦਾਨ ਲੈ ਕੇ ਜੀਵਕਾ ਕਰੋ। ਇਹ ਬਚਨ ਸੁਣ ਕੇ ਪੰਡਤਾਂ ਨੇ ਬੜੇ ਸ਼ਰਮਿੰਦੇ ਹੋ ਦਸ਼ਮੇਸ਼ ਜੀ ਦੇ ਚਰਨ ਫੜ ਲਏ ਅਤੇ ਬੇਨਤੀ ਕੀਤੀ ਕਿ ਅਸੀਂ ਪ੍ਰੀਖਿਆ ਲਈ ਪ੍ਰਸ਼ਨ ਕੀਤਾ ਸੀ। ਅਪਰਾਧ ਖਿਮਾ ਕਰਨਾ, ਆਪ ਸਹੀ ਸਤਿਗੁਰੂ ਅਵਤਾਰ ਹੋ। ਇਸ ਚਰਚਾ ਤੋਂ ਗੁਰੂ ਜੀ ਦੀ ਮਹਿਮਾ ਤੇ ਮਹੰਤ ਜੀ ਦੀ ਚਰਚਾ ਘਰ ਘਰ ਖਿੰਡ ਗਈ, ਜਿਸ ਕਰਕੇ ਬੇਅੰਤ ਲੋਕ ਦਰਸ਼ਨ ਨੂੰ ਆਉਣ ਤੇ ਭੇਟਾ ਚੜ੍ਹਾਉਣ ਲੱਗੇ। 10 ਦਿਨ ਗੁਰੂ ਜੀ ਨੇ ਕਾਸ਼ੀ ਦਾ ਸੈਲ ਕੀਤਾ। ਕਾਸ਼ੀ ਤੋਂ ਚੱਲ ਕੇ ਵੱਡੇ ਮਿਰਜ਼ਾਪੁਰ ਬਿੰਦਵਾਸਨੀ ਦੇਵੀ ਦੇ ਪਾਸੋਂ ਪ੍ਰਾਗਰਾਜ ਤ੍ਰਿਬੇਣੀ, ਜਿਸ ਨੂੰ ਮੁਕਤੀ ਦੀ ਸ਼੍ਰੇਣੀ ਅਰਥਾਤ ਪੌੜੀ ਆਖਦੇ ਹਨ, ਉੱਥੇ ਇਸ਼ਨਾਨ ਦਾਨ ਕਰ ਮਾਧੋ ਬੇਣੀ ਅਖੈਬਟ ਨੂੰ ਦੇਖਦੇ ਸੰਗਤ ਵਿੱਚ ਜਿੱਥੇ 9ਵੇਂ ਗੁਰੂ ਜੀ ਰਹੇ ਸਨ ਜਾ ਠਹਿਰੇ।
ਸੰਗਤ ਨੂੰ ਸ਼ਹਿਰ ਵਿੱਚ ਖਬਰ ਹੋਈ ਤਾਂ ਮਾਈਆਂ ਬੀਬੀਆਂ ਆਦਮੀ ਸਭ ਦਰਸ਼ਨ ਕਰਨ ਵਾਸਤੇ ਉਮੜ ਆਏ। ਬਹੁਤ ਭੇਟਾ ਚੜਾਈ। ਮਾਤਾ ਨਾਨਕੀ ਜੀ ਨੇ ਅਤਿਅੰਤ ਖੁਸ਼ੀ ਹੋ ਕੇ ਕਿਹਾ, ਇਹੋ ਭਾਗਾਂ ਭਰੀ ਸੰਗਤ ਜਿੱਥੇ ਸਾਡੇ ਸਾਹਿਬਜ਼ਾਦੇ ਵੀ ਆਏ। ਇਹ ਗੱਲ ਸੁਣ ਗੁਰੂ ਜੀ ਨੇ ਵਰ ਦਿੱਤਾ, ਪੁੱਤਰ ਕਾਮਨਾ ਵਾਲਾ ਇਸ ਸੰਗਤ ਦੀ ਟਹਿਲ ਸੇਵਾ ਕਰੇ ਪੁੱਤਰ ਪਾਏਗਾ। ਮਾਤਾ ਜੀ ਨੇ ਵੀ ਇਹੋ ਵਰ ਦਿੱਤਾ। ਇਸ ਵਰ ਅਨੁਸਾਰ ਉਸ ਗੁਰਦੁਆਰੇ ਦੀ ਸੇਵਾ ਤੋਂ ਅਨੰਤ ਲੋਕਾਂ ਨੇ ਪੁੱਤਰ ਮੇਵਾ ਲੱਭਾ ਹੈ। ਇੱਕ ਵੱਡੇ ਸੇਠ ਦੇ ਘਰ ਪੁੱਤਰ ਹੋਣੇ ਕਰ ਉਸਨੇ ਇੱਕ ਪਿੰਡ ਮਾਫੀ ਤੇ ਕੁਛ ਕੁ ਰਸਤਾਂ ਰੋਜ਼ ਉਸ ਸੰਗਤ ਨੂੰ ਲਾ ਦਿੱਤੀਆਂ ਜੋ ਹੁਣ ਤੱਕ ਹਨ। ਉੱਥੋਂ ਦੇ ਤੀਰਥ ਪ੍ਰੋਹਤ ਨੇ ਗੁਰੂ ਤੇਗ ਬਹਾਦਰ ਜੀ ਦੀ ਲਿਖਤ ਦਿਖਾਈ ਤਾਂ ਉਸੇ ਉੱਤੇ ਲਿਖਾ ਦਿੱਤਾ ਕਿ ਬਾਬੇ ਜੀ ਦਾ ਲਿਖਿਆ ਸਾਨੂੰ ਪ੍ਰਵਾਨ ਹੈ। 5 ਦਿਨ ਪ੍ਰਾਗਰਾਜ ਰਹਿ ਕੇ ਗੁਰੂ ਜੀ ਅਯੋਧਿਆ ਵੱਲ ਪਧਾਰੇ। ਰਸਤੇ ਵਿੱਚ ਅਨੇਕ ਲੋਕਾਂ ਦਾ ਕਲਿਆਣ ਕਰਦੇ ਅਯੋਧਿਆਪੁਰੀ ਵਸ਼ਿਸ਼ਟ ਕੁੰਡ ਪਾਸ ਜਿੱਥੇ ਹੁਣ ਗੁਰਦੁਆਰਾ ਹੈ ਆ ਉਤਰੇ। ਸਰਜੂ ਦਰਿਆ ਦੇ ਸਵਰਗ ਦਵਾਰੀ ਘਾਟ ਪਰ ਇਸ਼ਨਾਨ ਦਾਨ ਕਰਕੇ ਗੁਪਤਾਰ ਘਾਟ ਜਾ ਦੇਖਿਆ। ਹਨੂਮਾਨਗੜ੍ਹੀ ਆਦਿਕ ਰਾਮਚੰਦਰ ਸੀਤਾ ਜੀ ਦੇ ਸਥਾਨ ਦੇਖੇ। ਸੰਤਾਂ ਦੇ ਦਰਸ਼ਨ ਪਾਏ। ਲਿਖਿਆ ਹੈ ਕਿ ਗੁਰੂ ਸਾਹਿਬ ਜੀ ਨੂੰ ਸਾਕਸ਼ਾਤ ਰਾਮਚੰਦਰ ਦਾ ਰੂਪ ਦੇਖ ਕੇ ਹਨੂਮਾਨ ਚਾਰੇ ਪਾਸਿਓਂ ਆ ਮੱਥਾ ਟੇਕ ਟੇਕ ਸਭਾ ਲਾ ਬੈਠੇ। ਫਲ ਫੂਲ ਕੰਦ ਮੂਲ ਭਾਂਤ ਭਾਂਤ ਦੇ ਅਰਪਣ ਕੀਤੇ। ਦੇਖਣ ਵਾਲੇ ਅਚੰਭਾ ਮੰਨ ਗਏ। ਨਗਰ ਨਿਵਾਸੀ ਰਾਮ ਰੂਪ ਸਮਝ ਕੇ ਕਿਰਤਾਰਥ ਹੋਏ। ਸੇਵਾ ਕੀਤੀ। ਅਯੋਧਿਆ ਜੀ ਤੋਂ ਚੱਲ ਕੇ ਗੁਰੂ ਨਾਨਕ ਮਤੇ ਜਾ ਦੀਦਾਰ ਕੀਤਾ, ਕਿਉਂਕਿ ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਦਿਨ ਤਾਈਂ ਆਪਣੀ ਗੰਗਾ ਧਾਰ ਬਾਣੀ ਦੇ ਤੇ ਆਤਮਕ ਸ਼ਕਤੀ ਦੇ ਜ਼ੋਰ ਨਾਲ ਗੋਰਖ ਆਦਿਕ ਅਨੰਤ ਜੋਗੀਸ਼ਰਾਂ ਪਰ ਫਤਿਹ ਪਾ ਰੀਠੇ ਮਿੱਠੇ ਕਰ ਖਵਾਏ ਜੋ ਹੁਣ ਤੱਕ ਹਨ। ਉੱਥੋਂ ਚੱਲ ਕੇ ਪੀਲੀਭੀਤ ਸ਼ਹਿਰ ਆਏ ਤਾਂ ਰਾਜੇ ਸ਼ਮਸ਼ੇਰ ਬਹਾਦਰ ਨੇ ਬੜੇ ਪ੍ਰੇਮ ਨਾਲ 5 ਦਿਨ ਰੱਖੇ। ਸਭ ਤਰ੍ਹਾਂ ਸੇਵਾ ਕੀਤੀ। ਨਜ਼ਰ ਭੇਟ ਦੇ ਕੇ ਵਿਦਾ ਕੀਤੇ। ਉੱਥੋਂ ਅੱਗੇ ਦੈਵ ਨਗਰ ਆ ਉਤਰੇ। ਉੱਥੋਂ ਦੇ ਬੇਨਵਾ ਫਕੀਰਾਂ ਨੇ ਜੋ ਸੁੰਦਰ ਸ਼ਾਹ ਦੇ ਚੇਲੇ ਸਨ ਬਹੁਤ ਸੇਵਾ ਕੀਤੀ। 2 ਦਿਨ ਰਹੇ। ਉਹਨਾਂ ਦੀ ਕਲਿਆਣ ਕਰ ਲਖਨਊ ਸ਼ਹਿਰ ਵਿੱਚ ਭਗਤ ਭਗਵਾਨ ਜੀ ਕੋਲ ਸ਼੍ਰੀ ਮਹੰਤ ਦੀ ਧਰਮਸ਼ਾਲਾ ਆ ਬਿਰਾਜੇ। ਭਾਵੇਂ ਹੁਣ ਦੂਜਾ ਮਹੰਤ ਸ਼੍ਰੀ ਮਹੰਤ ਅਲਮਸਤ ਜੀ ਦਾ ਵੀ ਉੱਥੇ ਰਹਿੰਦਾ ਹੈ, ਪਰ ਗੁਰੂ ਜੀ ਭਗਤ ਭਗਵਾਨ ਦੇ ਮਕਾਨ ਵਿੱਚ ਉਤਰੇ ਸਨ। ਉਹਨਾਂ ਨੇ ਬਹੁਤ ਸੇਵਾ ਕੀਤੀ ਕਰਾਈ। ਗੁਰੂ ਜੀ ਨੇ ਉਹਨਾਂ ਨੂੰ ਇੱਕ ਤਲਵਾਰ ਬਖਸ਼ੀ ਸੀ ਜੋ ਹੁਣ ਤੱਕ ਉਹਨਾਂ ਦੇ ਪਾਸ ਪੂਜਾ ਵਿੱਚ ਰਹਿੰਦੀ ਹੈ। ਅਲਮਸਤ ਦਾ ਮਹੰਤ ਆਪ ਮਿਲਣ ਨਾ ਆਇਆ। ਚੇਲੇ ਹੱਥ ਪ੍ਰਸ਼ਾਦ ਤੇ ਪੂਜਾ ਭੇਜੀ ਤਾਂ ਗੁਰੂ ਜੀ ਨੇ ਬਚਨ ਕੀਤਾ, ਅਲੂ ਬਿਲਲੂ ਦਾ ਪ੍ਰਸ਼ਾਦ ਪੂਜਾ ਮੋੜ ਦਿਓ। ਫਿਰ ਜਦ ਉਸ ਮਹੰਤ ਨੇ ਗੁਰੂ ਜੀ ਦੇ ਚਰਨ ਫੜੇ ਤਾਂ ਬਚਨ ਕੀਤਾ, ਰੇ ਅਲੂਕੇ ਰਹੋਗੇ ਬਿਲਲੂ ਪਰ ਕੀਤੀ ਤੁਮਾਰੀ ਚੱਲੂ। ਉੱਥੇ ਚੱਲ ਕੇ ਕਾਹਨਪੁਰ ਤੋਂ 5 ਕੋ ਬ੍ਰਹਮਾਵਰ ਤੀਰਥ ਪਰ ਗੰਗਾ ਕਿਨਾਰੇ ਬਠੂਰ ਵਸਤੀ ਪਾਸ ਜਾ ਠਹਿਰੇ। 3 ਦਿਨ ਗੁਰੂ ਜੀ ਉੱਥੇ ਰਹੇ। ਇਸ਼ਨਾਨ ਦਾਨ ਕੀਤੇ। ਉਸ ਸਮੇਂ ਉੱਥੇ ਬ੍ਰਹਮਾਵਰਤ ਨੂੰ ਮੁਕਤੀ ਦਾਤਾ ਸਮਝ ਕੇ ਬੇਅੰਤ ਰਿਖੀ ਮੁਨੀ ਜੋਗੀ ਬੈਰਾਗੀ ਸੰਨਿਆਸੀ ਬ੍ਰਹਮਚਾਰੀ ਤਪ ਕਰਦੇ ਸਨ। ਉਹਨਾਂ ਪੁੱਛਿਆ, ਮਤ ਕਿਸ ਦਾ ਚੰਗਾ ਹੈ? ਤਾਂ ਗੁਰੂ ਜੀ ਨੇ ਉਸ ਸਮੇਂ ਇਹ ਸ਼ਬਦ ਉਚਰ ਦਿੱਤਾ, ਸਵਿਆ ਕਹਾਂ ਭਿਓ ਦੋ ਲੋਚਨ ਮੂੰਦ ਕੇ ਬੈਠ ਰਿਓ ਬਕ ਧਿਆਨ ਲਗਾਇਓ। ਨਾਥ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ। ਇਹ ਜਵਾਬ ਸੁਣ ਸਭ ਹੱਕੇ ਬੱਕੇ ਰਹਿ ਗਏ ਤੇ ਗੁਰੂ ਜੀ ਦੇ ਬਚਨ ਸੱਚੇ ਮੰਨੇ। ਉੱਥੋਂ ਤੁਰ ਕੇ ਗੁਰੂ ਜੀ 14 ਸਿੰਘ ਖੁਰਜੇ ਨੂੰ ਹੁੰਦੇ ਮਾਤਾ ਸਾਹਿਬ ਜੀ ਦੀ ਇੱਛਾ ਅਨੁਸਾਰ ਮਥੁਰਾ ਜੀ ਬ੍ਰਿਜ ਨਾਲ ਲਾਲ ਚੌਬੇ ਦੇ ਘਰ ਜਾ ਰਹੇ। ਦੀਵਾਨ ਮਤੀ ਰਾਮ ਸਾਹਿਬ ਚੰਦ ਮਾਮੇ ਕਿਰਪਾਲ ਚੰਦ ਸੇਵਾ ਰਾਮ ਆਦਿਕ ਸਾਥੀਆਂ ਸਮੇਤ ਮਾਈਆਂ ਨੇ ਬ੍ਰਿੰਦਾਵਨ ਦਿਖਾਇਆ। ਗੋਕਲ ਮਹਾਬਨ ਗੋਵਰਧਨ ਆਦਿਕ ਸਥਾਨ ਕ੍ਰਿਸ਼ਨ ਲੀਲਾ ਦੇ ਜੋ ਸਨ ਸਭ ਦਾ ਸੈਲ ਕੀਤਾ। ਦਾਨ ਦਿੱਤੇ। ਜਮਨਾ ਦੇ ਇਸ਼ਨਾਨ ਕੀਤੇ। ਇੱਥੋਂ ਚੱਲ ਕੇ ਸਨੇ ਸਨੇ ਹਰਿਦੁਆਰ ਗੰਗਾ ਤੀਰੇ ਕਨਖਲ ਜਾ ਬਿਰਾਜੇ। ਬਹੁਤ ਸਾਧੂ ਸਿੱਖ ਤੇ ਗਰੀਬ ਲੋਕ ਨਿਹਾਲ ਕੀਤੇ। 5 ਦਿਨ ਰਹੇ। ਫਿਰ ਸਾਂਤ ਲਸਰ ਜਿੱਥੇ ਹੁਣ ਗੁਰੂ ਜੀ ਦਾ ਝੰਡਾ ਹੈ 1 ਰਾਤ ਗੁਜ਼ਾਰੀ। ਭਗਵਾਨਪੁਰ ਸਹਾਰਨਪੁਰ ਰਹਿ ਕੇ ਬੂੜੀਏ ਤੋਂ ਕੋਹ ਦੱਖਣ ਵੱਲ ਸੂਰਜ ਕੁੰਡ ਤੀਰਥ ਪਰ ਦਾਮਲੇ ਦੇ ਪਿੰਡ ਪਾਸ ਜਾ ਉਤਰੇ। ਉੱਥੋਂ ਦੇ ਹਿੰਦੂ ਲੋਕਾਂ ਨੇ ਬਹੁਤ ਸੇਵਾ ਕੀਤੀ ਅਤੇ ਸ਼ਰਧਾ ਭਗਤੀ ਕਰਕੇ ਗੁਰੂ ਜੀ ਨੂੰ ਟਿਕਾ ਰੱਖਿਆ। ਅੰਬ ਚੁਪਾਏ ਜੋ ਉੱਥੇ ਬਹੁਤ ਹੁੰਦੇ ਹਨ। ਭਾਵੇਂ ਉਹ ਕਸਬਾ ਪਠਾਨਾਂ ਨੇ ਜ਼ੋਰ ਜ਼ੁਲਮ ਕਰਕੇ ਹਿੰਦੂਆਂ ਤੋਂ ਛੀਨ ਲਿਆ ਸੀ, ਪਰ ਸਰਹੰਦੀ ਖੋਲਿਆਂ ਵਾਂਗੂ ਹੁਣ ਤੱਕ ਹਿੰਦੂਆਂ ਦੇ ਮੰਦਰਾਂ ਦੇ ਨਿਸ਼ਾਨ ਬੇਅੰਤ ਖੜੇ ਹਨ।
ਸੰਮਤ 1729 ਬਿਕਰਮੀ ਨੂੰ ਸਾਵਣ ਭਾਦਰੋਂ ਦੇ ਮਹੀਨੇ ਗੁਰੂ ਜੀ ਦਾਮਲੇ ਰਹਿ ਕੇ ਜਦ ਲਖਨੌਰ ਪਿੰਡ ਪਰਗਣੇ ਅੰਬਾਲੇ ਭਾਈ ਜੇਠੇ ਦੇ ਝੰਡੇ ਮਸੰਦ ਦੇ ਘਰ ਆ ਉਤਰੇ ਤਾਂ ਗੁਰੂ ਤੇਗ ਬਹਾਦਰ ਜੀ ਨੇ ਸਾਹਿਬਜ਼ਾਦੇ ਦੀ ਪ੍ਰੀਖਿਆ ਲਈ ਹੁਕਮ ਦੇ ਭੇਜਿਆ ਕਿ ਜਦੋਂ ਤੱਕ ਅਸੀਂ ਨਾ ਸੱਦੀਏ ਤੁਸੀਂ ਇੱਥੇ ਹੀ ਰਹਿਣਾ। ਇਸ ਕਰਕੇ ਦਸਮ ਗੁਰੂ ਜੀ ਕਈ ਮਹੀਨੇ ਲਖਨੌਰ ਰਹੇ। ਭਾਈ ਜੇਠੇ ਨੇ ਬਹੁਤ ਸ਼ਰਧਾ ਭਗਤੀ ਨਾਲ ਸੇਵਾ ਕੀਤੀ ਕਰਾਈ। ਉਸ ਦੇਸ਼ ਦੇ ਪਰਗਨੇ ਦੇ ਸਿੱਖਾਂ ਨੂੰ ਖਬਰ ਹੋਈ ਤਾਂ ਸਾਹਿਬਜ਼ਾਦੇ ਲਈ ਬਰੀਕ ਚਾਵਲ, ਕ੍ਰਿਤ, ਮਿਸਰੀ, ਖੰਡ, ਸ਼ੱਕਰ, ਗੁੜ, ਅਨਿਆ ਬਸਤਰ, ਘੋੜੇ, ਸ਼ਸਤਰ, ਨਗਦੀ ਗਹਿਣੇ ਲੈ ਅੱਗੇ ਲੱਗੇ ਆਉਣ ਤੇ ਨਜ਼ਰ ਭੇਟਾ ਚੜਾਉਣ। ਸਾਹਿਬਜ਼ਾਦੇ ਦੀ ਸ਼ਕਤੀ ਚੇਸ਼ਟਾ ਕ੍ਰਿਤੀ ਨੂੰ ਦੇਖ ਸਿਆਣੇ ਸਿੱਖ ਇਹੋ ਨਿਸ਼ਚੈ ਕਰਦੇ ਸਨ ਕਿ ਇਹ ਗੁਰੂ ਆਪਣੇ ਦਾਦੇ ਵਾਂਗੂ ਦੁਸ਼ਟਾਂ ਦੇ ਦੰਦ ਭੰਨਣ ਵਾਲਾ ਡਾਢਾ ਜ਼ੋਰਾਵਰ ਯੋਧਾ ਹੋਵੇਗਾ। ਦਸ਼ਮੇਸ਼ ਜੀ ਦੇ ਚਰਨਾਂ ਪਰ ਸੀਸ ਰੱਖ ਅਸੀਸ ਲੈ ਮਨੋ ਕਾਮਨਾ ਪਾ ਗੁਰੂ ਜੀ ਦੇ ਗੁਣ ਗਾਉਂਦੇ ਹੋਏ ਸਿੱਖ ਸੇਵਕ ਆਪਣੇ ਆਪਣੇ ਘਰਾਂ ਨੂੰ ਜਾਣ। ਇਸੇ ਪ੍ਰਕਾਰ ਹਰ ਵੇਲੇ ਸਾਹਿਬਜ਼ਾਦੇ ਪਾਸ ਰੌਣਕ ਆਮਦਨੀ ਬਣੀ ਰਹੇ। ਨਗਰ ਦੇ ਬਾਲਕ ਵੀ ਅਨੇਕ ਪ੍ਰਕਾਰ ਦੀ ਖੇਲ ਜੈਸੀ ਗੁਰੂ ਜੀ ਖਿਲਾਉਂਦੇ ਹਨ, ਹਰ ਵੇਲੇ ਖੇਲਦੇ ਰਹਿੰਦੇ। ਲਖਨੌਰ ਪਿੰਡ ਦੇ ਖੂਹਾਂ ਦਾ ਖਾਰਾ ਜਲ ਹੋਣੇ ਕਰ ਦੂਜੇ ਪਿੰਡ ਤੋਂ ਜਲ ਲਿਆ ਕੇ ਪੀਂਦੇ ਸਨ। ਇਸੇ ਵਾਸਤੇ ਲਖਨੌਰੀ ਲੋਕਾਂ ਦੀ ਬੇਨਤੀ ਮੰਨ ਕੇ ਮਾਤਾ ਜੀ ਨੇ ਮਿੱਠੇ ਜਲ ਦਾ ਖੂਹ ਜੋ ਗੁਪਤ ਸੀ ਪਟਵਾ ਕੇ ਪ੍ਰਗਟ ਕਰ ਦਿੱਤਾ। ਸੋ ਹੁਣ ਤੱਕ ਮਾਤਾ ਜੀ ਵਾਲਾ ਖੂਹ ਉੱਗਾ ਹੈ। ਇਸੇ ਸਮੇਂ ਕਸਬੇ ਘੁੜਾਮ ਵਿੱਚ ਜੋ ਸੈਯਦ ਭੀਖਸ਼ਾ ਨਾਮੇ ਵੱਡਾ ਕਰਾਮਾਤੀ ਪੀਰ ਮੰਨਿਆ ਹੋਇਆ ਰਿਹਾ ਕਰਦਾ ਸੀ, ਮਕਾਨ ਉਸਦਾ ਜਾਗੀਰਦਾਰ ਮੀਰਾਂ ਦੇ ਠਸਕੇ ਪਿੰਡ ਵਿੱਚ ਹੁਣ ਤੱਕ ਉਜਾਗਰ ਹੈ। ਸੈਯਦ ਭੀਖਸ਼ਾ ਆਪਣੇ ਮੁਰੀਦਾਂ ਤੋਂ ਕਾਰ ਭੇਟ ਲੈਂਦਾ ਹੋਇਆ ਜਦ ਸਾਹਿਬਜ਼ਾਦੇ ਦੀ ਮਹਿਮਾ ਸੁਣ ਕੇ ਲਖਨੌਰ ਆਇਆ ਤੇ ਬਾਲਕਾਂ ਵਿੱਚ ਖਿੱਦੋ ਖੁੰਡੀ ਖੇਲਦੇ ਹੋਏ ਮਹਾਰਾਜ ਦਾ ਦੀਦਾਰ ਪਾਇਆ ਤਾਂ ਉਹਨ 7 ਸਲਾਮਾਂ ਕੀਤੀਆਂ, ਜਿਸ ਤੋਂ ਉਸ ਦੇ ਸਾਥੀ ਫਕੀਰ ਮੁਰੀਦਾਂ ਨੇ ਬਹੁਤ ਬੁਰਾ ਮੰਨ ਕੇ ਆਖਿਆ ਕਿ ਆਪ ਨੇ ਵਲੀ ਅੱਲਾ ਤੇ ਪੀਰ ਮਰਦ ਮੋਮਨ ਹੋ ਕੇ ਇਸ ਹਿੰਦੂ ਕਾਫਰ ਦੇ ਬਾਲਕ ਅੱਗੇ ਕਿਉਂ ਸਿਰ ਝੁਕਾਇਆ। ਇਹ ਬਹੁਤ ਬੁਰਾ ਕੀਤਾ। ਭੀਖਸ਼ਾ ਨੇ ਉਹਨਾਂ ਦੀ ਧੀ ਠਿਕਾਣੇ ਕਰਨ ਵਾਸਤੇ 2 ਬਰਤਨ ਮਿਠਾਈ ਦੇ ਮੰਗਾਏ, ਇੱਕ ਹਿੰਦੂਆਂ ਦਾ, ਦੂਜਾ ਮੁਸਲਮਾਨਾਂ ਦਾ। ਦੋਵੇਂ ਦਸ਼ਮੇਸ਼ ਜੀ ਅੱਗੇ ਰੱਖ ਦਿੱਤੇ। ਦਸ਼ਮੇਸ਼ ਜੀ ਨੇ ਉਹਨਾਂ ਦੋਹਾਂ ਉੱਤੇ ਦੋਵੇਂ ਹੱਥ ਧਰ ਕੇ ਤੀਜਾ ਬਰਤਨ ਹੋਰ ਮਠਿਆਈ ਦਾ ਮੰਗਾ ਕੇ ਦੋਹਾਂ ਦੇ ਵਿਚਕਾਰ ਰਖਾ ਦਿੱਤਾ ਤੇ ਉਸ ਉੱਤੇ ਦੋਵੇਂ ਹੱਥ ਰੱਖ ਦਿੱਤੇ। ਇਸ ਚੇਸ਼ਟਾ ਦਾ ਸਿਧਾਂਤ ਸਮਝ ਕੇ ਭੀਖਸ਼ਾ ਨੇ ਦਸ਼ਮੇਸ਼ ਜੀ ਨਾਲ ਬਹੁਤ ਪ੍ਰੇਮ ਪ੍ਰਗਟ ਕੀਤਾ ਤੇ ਚਰਨ ਚੁੰਮੇ। ਦਸ਼ਮੇਸ਼ ਜੀ ਦੇ ਹੁਕਮ ਨਾਲ ਮਠਿਆਈ ਬਾਲਕਾਂ ਤੇ ਫਕੀਰਾਂ ਨੂੰ ਵੰਡੀ ਗਈ। ਭੀਖਮਸ਼ਾ 7 ਸਲਾਮਾਂ ਕਰਕੇ ਤੁਰ ਗਿਆ। ਅੱਗੇ ਜਾ ਕੇ ਉਸਦੇ ਮੁਰੀਦਾਂ ਨੇ ਤੇ ਫਕੀਰਾਂ ਨੇ ਜਦ ਇਸ ਗੱਲ ਦਾ ਅੰਤਰਾ ਪੁੱਛਿਆ ਤਾਂ ਪੀਰ ਨੇ ਕਿਹਾ, ਇਹ ਵਲੀ ਪੁਰਖ ਹੋਵੇਗਾ। ਖੁਦਾ ਨੇ ਇਸ ਨੂੰ 7 ਧਰਮ ਦੀ ਰੱਖਿਆ ਲਈ ਭੇਜਿਆ ਹੈ, ਪਰ ਹਿੰਦੂ ਤੁਰਕ ਦੋਹਾਂ ਨੂੰ ਇੱਕੋ ਜਿਹੇ ਸਮਝ ਕੇ ਆਪਣਾ ਤੀਜਾ ਪੰਥ ਪ੍ਰਗਟ ਕਰੇਗਾ। ਕਲਯੁਗ ਵਿੱਚ ਸਤਯੁਗ ਵਰਤਾਏਗਾ। ਤਾਂ ਹੀ ਇਹਨਾਂ ਨੇ ਦੋਹਾਂ ਭਾਂਡਿਆਂ ਉੱਤੇ ਦੋਵੇਂ ਹੱਥ ਰੱਖ ਕੇ ਫਿਰ ਆਪਣੇ ਬਰਤਨ ਪਰ ਦੋਵੇਂ ਹੱਥ ਰੱਖੇ ਸਨ। ਇਹ ਬਾਤ ਸੁਣ ਕੇ ਇਸ ਵਾਸਤੇ ਸਭ ਖੁਸ਼ੀ ਹੋਏ ਕਿ ਸਾਡੇ ਡੇਰੇ ਦੀ ਜਾਗੀਰ ਇਹਨਾਂ ਦੀ ਉਮਤ ਨਾ ਖੋਵੇਗੀ, ਸੋ ਹੁਣ ਤੱਕ ਬਣੀ ਹੋਈ ਹੈ। ਹੁਣ ਕਦੇ ਗੁਰੂ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਮਾਮੇ ਕਿਰਪਾਲ ਚੰਦ ਤੇ ਮਤੀ ਰਾਮ ਆਦਿਕ ਮਾਤਬਰਾਂ ਤੇ ਸੇਵਕਾਂ ਸਮੇਤ ਸੈਰ ਸ਼ਿਕਾਰ ਨੂੰ ਵੀ ਜਾਣ ਲੱਗ ਪਏ। ਇੱਕ ਦਿਨ ਭੂਸਥਲੇ ਦੇ ਥੇ ਉੱਤੇ ਗਏ ਤਾਂ ਉਧਰੋਂ ਲੁਖੀ ਪਿੰਡ ਵਾਲੇ ਰਾਜਪੂਤ ਵੀ ਸ਼ਿਕਾਰ ਖੇਡਦੇ ਹੋਏ ਆ ਪੁੱਜੇ। ਉਹਨਾਂ ਨੇ ਆਪਣੇ ਪੀਰ ਸ਼ਾਹ ਭੀਖ ਤੋਂ ਗੁਰੂਜ਼ਾਦੇ ਦੀ ਮਹਿਮਾ ਸੁਣੀ ਹੋਈ ਸੀ, ਇਸ ਲਈ ਸਲਾਮ ਕਰਕੇ 5 ਤੀਰ ਇੱਕ ਸ਼ਿਕਾਰ ਅਰਪਣ ਕੀਤਾ। ਬਚਨ ਹੋਇਆ, ਆਬਾਦ ਰਹੋ। ਇਸੇ ਬਚਨ ਦੇ ਪ੍ਰਤਾਪ ਨਾਲ ਉਹਨਾਂ ਦੀ ਜਾਗੀਰ ਹੁਣ ਤੱਕ ਸਥਿਤ ਹੈ, ਸਿੰਘਾਂ ਨੇ ਖੋਈ ਨਹੀਂ। ਭਾਵੇਂ ਪਹਿਲੇ ਤਾਂ ਕਦੇ ਕੁਝ ਗੁਰਮੁਖੀ ਅੱਖਰ ਵੀ ਮਾਤਾ ਜੀ ਲਿਖਾਉਂਦੇ ਪੜ੍ਹਾਉਂਦੇ ਰਹਿੰਦੇ ਸਨ, ਪਰ ਜਿਸ ਦਿਨ ਤੋਂ ਸ਼ਿਕਰਾ ਲੈ ਸ਼ਿਕਾਰ ਜਾਣ ਲੱਗੇ ਫਿਰ ਤਾਂ ਨਿਰੇ ਪੁਰੇ ਸੈਰ ਸ਼ਿਕਾਰ ਵਿੱਚ ਹੀ ਰਹਿਣ ਲੱਗ ਪਏ। ਉਸ ਸਮੇਂ ਮਰਦੋ, ਭਾਣੋ ਖੇੜੀ, ਸੂਲਰ ਆਦਿਕ ਅਨੇਕ ਪਿੰਡਾਂ ਵਿੱਚ ਦੁਪਹਿਰ ਠਹਿਰ ਕਰ ਉਹਨਾਂ ਲੋਕਾਂ ਨੂੰ ਆਤਮਕ ਸ਼ਕਤੀ ਤੇ ਬਾਣੀ ਦੇ ਬਲ ਨਾਲ ਨਿਹਾਲ ਕੀਤਾ, ਸਿੱਖ ਮਨਾਇਆ। ਤਦੇ ਹੀ ਹੁਣ ਉਹਨਾਂ ਪਿੰਡਾਂ ਵਿੱਚ ਗੁਰਦੁਆਰੇ ਬਣੇ ਹੋਏ ਹਨ। ਨਨਹੇੜੀ ਵਾਲੇ ਘੋਗੇ ਮਸੰਦ ਨੇ ਗੁਰੂ ਜੀ ਪਾਸ ਲਖਨੌਰ ਵਿੱਚ ਆ ਕਈ ਵਾਰੀ ਬੇਨਤੀ ਕੀਤੀ, ਮਹਾਰਾਜ ਨਨਹੇੜੀ ਪਿੰਡ ਦਾ ਜਲ ਬਹੁਤ ਸਵਾਦਿਕ ਤੇ ਨਰੋਆ ਹੈ, ਕਦੇ ਉੱਥੇ ਚੱਲ ਕੇ ਲੋਕਾਂ ਨੂੰ ਕਿਰਤਾਰਥ ਕਰੋ। ਔੜਕ ਇੱਕ ਦਿਨ ਮਾਤਾ ਜੀ ਤੋਂ ਬੇਖਬਰ ਘੋਗੇ ਦੇ ਪਿੰਡ ਗੁਰੂ ਜੀ ਗਏ ਤਾਂ ਘੋਗੇ ਦੀ ਦੋਸਤ
ਮੱਥਾ ਟੇਕਣ ਆਈ ਤਾਂ ਸਿੱਖਾਂ ਨੇ ਗੁਰੂ ਜੀ ਪਾਸ ਸਭ ਹਾਲ ਦੱਸ ਦਿੱਤਾ। ਫਿਰ ਤਾਂ ਮਹਾਰਾਜ ਨੇ ਜਲ ਵੀ ਉੱਥੇ ਨਾ ਪੀਤਾ। ਗੁੱਸੇ ਹੋ ਕੇ ਚਲੇ ਆਏ ਤੇ ਬਚਨ ਕੀਤਾ, ਘੋਗਾ ਕਪਟ ਦਾ ਭੋਗਾ। ਇਹ ਸ਼ਰਾਪ ਉਸ ਦੇ ਕਰਮ ਦਾ ਫਲ ਦੇ ਕੇ ਗੁਰੂ ਜੀ ਨੇ ਮੁੜ ਅੰਬਾਲੇ ਦੇ ਨੇੜੇ ਇੱਕ ਬਾਗ ਵਿੱਚ, ਜਿੱਥੇ ਹੁਣ ਤਹਿਸੀਲ ਤੇ ਗੁਰੂ ਜੀ ਦੀ ਜਗ੍ਹਾ ਹੈ, ਦੁਪਹਿਰਾ ਆ ਕੱਟਿਆ। ਕਲਾਲ ਸਿੱਖ ਆਏ, ਬਚਨ ਕੀਤਾ, ਮਸੰਦ ਦਾ ਵਿਸਾਹ ਨਹੀਂ ਕਰਨਾ। ਬਾਜ ਨੂੰ ਤਾਮਾ ਦਿੱਤਾ। ਤਿਕਾਲਾ ਨੂੰ ਪ੍ਰਸ਼ਾਦ ਲਖਨੌਰ ਮਾਤਾ ਜੀ ਪਾਸ ਜਾ ਸਕਿਆ। ਇਸ ਤਰ੍ਹਾਂ ਸੈਰ ਸ਼ਿਕਾਰ ਕਰਦੇ ਹੋਏ ਜੀਵਾਂ ਦਾ ਉਧਾਰ ਕੀਤਾ। ਇੱਕ ਦਿਨ ਗੁਰੂ ਜੀ ਪਿੰਡ ਦੇ ਬਾਲਕਾਂ ਨਾਲ ਖੇਡ ਰਹੇ ਸਨ ਕਿ ਇੱਕ ਪੀਰ ਆਰਫ ਦੀਨ ਨਾਮ ਪਾਲਕੀ ਵਿੱਚ ਜਾ ਰਿਹਾ ਸੀ। ਉਸਨੇ ਪਾਲਕੀ ਵਿੱਚੋਂ ਉਤਰ ਕੇ ਗੁਰੂ ਜੀ ਨੂੰ ਸਿਜਦਾ ਕੀਤਾ ਤੇ ਇਕਾਂਤ ਵਿੱਚ ਕੁਝ ਗੱਲਾਂ ਕੀਤੀਆਂ। ਉਸਦੇ ਸਾਥੀ ਮੁਰੀਦਾਂ ਤੇ ਫਕੀਰਾਂ ਨੇ, ਜੋ ਹਿੰਦੂ ਪੀਰਜ਼ਾਦੇ ਨੂੰ ਸਿਜਦਾ ਕਰਨਾ ਮੁਹੰਮਦੀ ਸ਼ਰ੍ਹਾ ਦੇ ਅਨੁਸਾਰ ਬੁਰਾ ਜਾਣਦੇ ਸਨ, ਆਰਫ ਦੀਨ ਨੂੰ ਆਖਿਆ, ਤੁਸੀਂ ਇਸਲਾਮ ਦੇ ਪੀਰ ਹੋ ਕੇ ਹਿੰਦੂ ਕਾਫਰ ਪੀਰ ਦੇ ਪੁੱਤਰ ਨੂੰ ਕਿਉਂ ਸਿਜਦਾ ਕੀਤਾ? ਪੀਰ ਬੋਲਿਆ, ਤੁਸੀਂ ਨਹੀਂ ਜਾਣਦੇ ਜੋ ਇਹ ਕੌਣ ਹੈ। ਅਸੀਂ ਜਾਣਦੇ ਹਾਂ। ਜਦ ਮੈਂ ਮਰਾਕਬੇ ਵਿੱਚ ਖੁਦਾ ਦੇ ਦੀਦਾਰ ਕਰਨ ਨੂੰ ਜਾਂਦਾ ਹੁੰਦਾ ਸਾਂ ਤਾਂ ਉੱਥੇ ਕਈ ਪੀਰ ਪੈਗੰਬਰ ਅਵਤਾਰ ਸਿੱਧ ਰਿਖੀ ਮੁਨੀ, ਜੋ ਖੁਦਾ ਦੇ ਦਰਵਾਜ਼ੇ ਅੱਗੇ ਗਿੱਚੀਆਂ ਝੁਕਾਈ ਸਹਿਮ ਵਿੱਚ ਖੜੇ ਹੁੰਦੇ ਹਨ। ਇਹ ਸਭ ਦੀ ਅਰਜ਼ ਖੁਦਾ ਪਾਸ ਪਹੁੰਚਾਉਂਦਾ ਹੈ ਤੇ ਉੱਤਰ ਲਿਆ ਕੇ ਦਿੰਦਾ ਹੈ। ਇਸ ਨੂੰ ਖੁਦਾ ਦੀ ਪਦਵੀ ਮਿਲੀ ਹੋਈ ਹੈ। ਇੱਥੇ ਧਰਮ ਦੇ ਸੁਧਾਰ ਤੇ ਪਖੰਡ ਮਤ ਖੰਡ ਦੇ ਖੁਦਾ ਦੀ ਭਗਤੀ ਦ੍ਰਿੜਾਉਣ ਲਈ ਆਇਆ ਹੈ। ਇਸ ਤਾਈਂ ਸਭਨਾ ਪੀਰਾਂ ਪੈਗੰਬਰਾਂ ਅਵਤਾਰਾਂ ਦਾ ਕੰਮ ਪੈਂਦਾ ਹੈ। ਇਸ ਲਈ ਮੈਂ ਇਸ ਨੂੰ ਮੱਥਾ ਟੇਕਿਆ ਹੈ। ਉਹਨਾਂ ਪ੍ਰਸ਼ਨ ਕੀਤਾ, ਖੁਦਾ ਕਿਹੋ ਜਿਹਾ ਹੈ? ਪੀਰ ਨੇ ਆਖਿਆ, ਸੂਰਜ ਵਾਂਗੂ ਤੇਜ ਦਾ ਪੁੰਜ ਨੂਰ ਹੀ ਨੂਰ ਨਜ਼ਰ ਆਉਂਦਾ ਹੈ। ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ। ਤੇ ਇਸ ਤੋਂ ਅਗਲੇ ਭਾਗ ਦੇ ਵਿੱਚ ਆਪਾਂ ਗੁਰੂ ਜੀ ਦੇ ਆਨੰਦਪੁਰ ਜਾਣ ਤੇ ਸੰਗਤ ਦੇ ਆਉਣ ਦੀ ਪੂਰੀ ਕਥਾ ਪੜ੍ਹਾਂਗੇ। ਧੰਨਵਾਦ।